ਕੀ ਗਤ ਕਹੀ ਨਾ ਜਾਏ, ਮੰਨੇ ਕੀ ਗਤ ਕਹੀ ਨਾ ਜਾਏ। ਜੇ ਕੋ ਕਹੈ ਪਿਛੈ ਪਛਤਾਏ, ਕਾਗਦ ਕਲਮ ਨਾ ਲਿਖਣ ਹਾਰ। ਮੰਨੇ ਕਾਵਹਿ ਕਰਨ ਵਿਚਾਰ। ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ। ਪਰਮ ਸਨਮਾਨ ਤੇ ਸਤਿਕਾਰਯੋਗ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਜਿਨ੍ਹਾਂ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਜੁੜ ਬੈਠੀ ਸਰਬੱਤ ਸਿੱਖ ਸੰਗਤ ਸਭ ਮਾਈ ਭਾਈ ਭਾਗਾਂ ਵਾਲੇ ਆ। ਸਤਿਗੁਰਾਂ ਨੇ ਕਿਰਪਾ ਕੀਤੀ, ਅੰਮ੍ਰਿਤ ਵੇਲੇ ਦਾ ਸੁਭਾਗ ਸਮਾਂ ਆਪਾਂ ਸਾਰਿਆਂ ਨੂੰ ਬਖਸ਼ਿਸ਼ ਕੀਤਾ ਹੈ। ਆਓ ਰਲ ਮਿਲ ਕਰਕੇ ਜੋ ਆਪਾਂ ਲੜੀਵਾਰ ਜਪਜੀ ਸਾਹਿਬ ਜੀ ਦੇ ਅਰਥਾਂ ਦੇ ਨਾਲ, ਵਿਆਖਿਆ ਦੇ ਨਾਲ ਜੁੜੇ ਹੋਏ ਹਾਂ। ਆਓ ਸਾਰੀ ਸੰਗਤ ਰਲ ਮਿਲ ਕਰਕੇ ਆਨੰਦ ਲੈਣ ਦਾ ਯਤਨ ਕਰੀਏ, ਕਿਉਂਕਿ ਗੁਰਬਾਣੀ ਸਮੁੰਦਰ ਹੈ। ਸਮੁੰਦਰ ਨੂੰ ਕਦੀ ਮਾਪਿਆ ਨਹੀਂ ਜਾ ਸਕਦਾ, ਸਮੁੰਦਰ ਨੂੰ ਕਦੀ ਤੋਲਿਆ ਨਹੀਂ ਜਾ ਸਕਦਾ। ਬਸ ਸਮੁੰਦਰ ਦਾ ਆਨੰਦ ਜ਼ਰੂਰ ਲਿਆ ਜਾ ਸਕਦਾ ਹੈ। ਇਸ ਕਰਕੇ ਆਓ ਮੁੱਖ ਰਸਨਾ ਨੂੰ ਪਵਿੱਤਰ ਕਰੀਏ। ਸਾਰੀ ਸੰਗਤ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਸੀ, ਕੱਲ੍ਹ ਆਪਾਂ ਮੰਨਣ ਦੀ ਪਰਿਭਾਸ਼ਾ ਬਾਰੇ ਜਾਣਨ ਦਾ ਯਤਨ ਕੀਤਾ ਹੈ ਤੇ ਮੰਨਣ ਦਾ ਭਾਵ ਕੀ ਹੈ, ਮੰਨਣ ਦੀ ਪਰਿਭਾਸ਼ਾ ਕੀ ਹੈ, ਉਹ ਆਪਾਂ ਕੱਲ੍ਹ ਸਮਝ ਚੁੱਕੇ ਹਾਂ। ਸ਼ਰਵਣ ਕਰਨ ਤੋਂ ਬਾਅਦ ਜਿਹੜਾ ਮੰਨਣ ਕਰਨਾ ਹੈ ਨਾ ਭਾਈ, ਉਹ ਆਪਾਂ ਕੱਲ੍ਹ ਪੂਰੇ ਵਿਸਥਾਰ ਵਿੱਚ ਵਿਚਾਰਿਆ ਸੀ ਵੀ ਮੰਨਣ ਸ਼ਰਵਣ ਤੋਂ ਬਾਅਦ ਸਾਡੇ ਮਨ ਵਿੱਚ, ਸਾਡੇ ਕੋਲ ਦੋ ਮਾਰਗ, ਦੋ ਰਸਤੇ ਰਹਿ ਜਾਂਦੇ ਨੇ। ਇੱਕ ਵਿਚਾਰ ਕਰਨ ਦਾ, ਇੱਕ ਮੰਨਣ ਦਾ। ਇੱਕ ਡੂੰਘਾਈ ਦਾ, ਇੱਕ ਤੈਰਨ ਦਾ। ਵਿਚਾਰ ਕਰਨਾ ਤੈਰਨ ਬਰਾਬਰ ਹੈ, ਮੰਨਣ ਕਰਨਾ ਉਸ ਦੀ ਗਹਿਰਾਈ ਤੱਕ ਜਾਣਾ ਹੈ। ਔਰ ਨਾਲ ਆਪਾਂ ਇਹ ਵੀ ਸ਼ਰਵਣ ਕੀਤਾ ਸੀ ਕਿ ਅਗਰ ਸ਼ਰਵਣ ਕਰਨ ਵਾਲਿਆਂ ਦੇ ਵਿੱਚੋਂ 99% ਵਿਚਾਰ ਦੇ ਤਲ 'ਤੇ ਰੁਕ ਜਾਂਦੇ, ਉਹਨਾਂ ਦੇ ਮਨ ਦੇ ਸੰਕਲਪ, ਉਹਨਾਂ ਦੇ ਮਨ ਦੇ ਪ੍ਰਸ਼ਨ, ਮਨ ਦੇ ਸੰਕਲਪ ਵਿਕਲਪ ਉਹਨਾਂ ਦਾ ਹੋ ਜਾਂਦਾ ਹੈ। ਅਤੇ ਮੰਨਣ ਦੀ ਪਰਿਭਾਸ਼ਾ ਆਪਾਂ ਕੱਲ੍ਹ ਸਮਝ ਚੁੱਕੇ ਸੀ, ਫਿਰ ਦੁਹਰਾ ਦਈਏ ਵੀ ਮਨ ਦੇ ਤਲ ਤੋਂ ਪਰੇ ਦੀ ਅਵਸਥਾ ਨੂੰ ਮੰਨਣ ਕਹਿੰਦੇ ਨੇ। ਜਿੱਥੇ ਮਨ ਦੇ ਵਿੱਚ ਫੁਰਨੇ ਬੰਦ ਹੋ ਜਾਣ, ਜਿੱਥੇ ਮਨ ਦੇ ਸੰਕਲਪ ਰੁਕ ਜਾਣ, ਉਹਨੂੰ ਮੰਨਣ ਕਹਿੰਦੇ ਨੇ। ਅਤੇ ਹੁਣ ਜਿਹੜੇ ਨੇ ਸੁਣ ਕੇ ਸ਼ਰਵਣ ਭਗਤੀ ਕਰਕੇ ਮਨ ਦੇ ਸੰਕਲਪਾਂ ਨੂੰ ਰੋਕ ਲਿਆ ਹੈ, ਜਿਹਨੇ ਸ਼ਰਵਣ ਭਗਤੀ ਕਰਕੇ ਮਨ ਦੇ ਸੰਕਲਪਾਂ ਨੂੰ ਰੋਕ ਲਿਆ, ਥਾਮ ਲਿਆ ਹੈ,
ਭਾਵ ਮੰਨ ਲਿਆ ਹੈ, ਸੁਣ ਕੇ ਮੰਨ ਲਿਆ ਹੈ। ਤੇ ਉਹਦੇ ਬਾਵਤ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਦੱਸਦੇ ਨੇ, ਪਾਤਸ਼ਾਹ ਕਹਿੰਦੇ ਮੰਨੇ ਕੀ ਗਤ ਕਹੀ ਨਾ ਜਾਏ। ਇੱਥੇ ਆਪਾਂ ਨੇ ਗਤ ਸ਼ਬਦ ਦਾ ਅਖਰੀ ਅਰਥ ਕਰਨਾ ਹੈ ਜੀ ਅਵਸਥਾ। ਜਿਸ ਨੇ ਉਸ ਵਾਹਿਗੁਰੂ ਦੇ ਨਾਮ ਨੂੰ ਸੁਣ ਕੇ ਅਥਵਾ ਉਸ ਦੀ ਵਿਚਾਰ ਨੂੰ ਸੁਣ ਕੇ ਮੰਨਣ ਕਰ ਲਿਆ ਹੈ, ਤੇ ਮੰਨਣ ਕਰਨ ਵਾਲੇ ਦੀ ਫਿਰ ਅਵਸਥਾ ਹੈ ਨਾ ਜਿਹੜੀ, ਉਹ ਆਖੀ ਨਹੀਂ ਜਾ ਸਕਦੀ। ਭਲਾ ਕਿਉਂ ਨਹੀਂ ਆਖੀ ਜਾ ਸਕਦੀ? ਅਸਲ ਵਿੱਚ ਜਿਹੜਾ ਮੰਨਣ ਕਰਨ ਵਾਲਾ ਹੈ ਨਾ ਭਾਈ, ਜਿਸ ਨੇ ਉਸ ਵਾਹਿਗੁਰੂ ਦੇ ਵਿਚਾਰ ਨੂੰ, ਵਾਹਿਗੁਰੂ ਦੇ ਨਾਮ ਨੂੰ ਸੁਣ ਕੇ ਮੰਨਣ ਕਰ ਲਿਆ ਹੈ, ਉਹਦੀ ਅਵਸਥਾ ਆਖੀ ਕਿਉਂ ਨਹੀਂ ਜਾ ਸਕਦੀ? ਉਹ ਇਸ ਕਰਕੇ ਨਹੀਂ ਆਖੀ ਜਾ ਸਕਦੀ ਕਿਉਂਕਿ ਮੰਨਣ ਕਰਨ ਵਾਲਾ ਉਸ ਵਾਹਿਗੁਰੂ ਦੇ ਵਿੱਚ ਅਭੇਦ ਹੋ ਜਾਂਦਾ ਹੈ। ਔਰ ਜਿਹੜਾ ਉਸ ਅਭੇਦ ਦੇ ਵਿੱਚ ਆਪ ਅਭੇਦ ਹੋ ਗਿਆ, ਵਾਹਿਗੁਰੂ ਦੇ ਨਾਲ ਮਿਲ ਗਿਆ, ਤੇ ਉਹਦੀ ਫਿਰ ਕਿਵੇਂ ਆਖੀ ਜਾ ਸਕੇਗੀ? ਕਿਉਂਕਿ ਪਰਮਾਤਮਾ ਦੀ ਕੋਈ ਗਤ ਹੀ ਹੈ ਨਹੀਂ। ਪਰਮਾਤਮਾ ਕਹਿਣ ਸੁਣਨ ਤੋਂ ਪਰੇ ਹੈ। ਪਰਮਾਤਮਾ ਰੂਪ ਰੇਖ ਆਕਾਰ ਤੋਂ ਪਰੇ ਹੈ। ਉਹ ਗਿਣਤੀਆਂ ਮਿਣਤੀਆਂ ਤੋਂ ਪਰੇ ਹੈ। ਹੁਣ ਜਿਹੜਾ ਖੁਦ ਪਰਮੇਸ਼ਰ ਗਿਣਤੀਆਂ ਮਿਣਤੀਆਂ ਤੋਂ ਪਰੇ ਹੈ ਤੇ ਉਹਦਾ ਮੰਨਣ ਕਰਨ ਵਾਲਾ ਉਹਦੇ ਵਿੱਚ ਮਿਲ ਗਿਆ, ਤੇ ਫਿਰ ਉਹ ਵੀ ਗਿਣਤੀਆਂ ਮਿਣਤੀਆਂ ਤੋਂ ਪਰੇ ਹੋ ਜਾਂਦਾ। ਜਿਵੇਂ ਆਪਾਂ ਸੁਖਮਨੀ ਸਾਹਿਬ ਦੇ ਵਿੱਚ ਪੜ੍ਹਦੇ ਹਾਂ ਨਾ ਕਿ ਸਾਧ ਕੀ ਮਹਿਮਾ ਵੇਦ ਨਾ ਜਾਣਹਿ, ਜੇਤਾ ਸੁਨਹਿ ਤੇਤਾ ਵਖਿਆ। ਸਾਧ ਕੌਣ ਹੈ? ਅਸਲ ਵਿੱਚ ਸਾਧ ਕਿਸੇ ਲਿਬਾਸ ਦਾ, ਕਿਸੇ ਪਹਿਰਾਵੇ ਦਾ, ਕਿਸੇ ਭੇਖ ਦਾ ਨਾਮ ਨਹੀਂ ਹੈ। ਅਸੀਂ ਕਈ ਵਾਰੀ ਕਿਸੇ ਦੇ ਭਗਵਾ ਲਿਬਾਸ ਪਾਇਆ ਹੋਵੇ, ਕਿਸੇ ਦੇ ਹਰੇ ਰੰਗ ਦੇ ਕੱਪੜੇ ਪਾਏ ਹੋਣ, ਕਿਸੇ ਦੇ ਕਾਲੇ ਰੰਗ ਦੇ ਕੱਪੜੇ ਪਾਏ ਹੋਣ, ਕਿਸੇ ਦੇ ਸਫੇਦ ਕੱਪੜੇ ਪਾਏ ਹੋਣ, ਤੇ ਆਪਾਂ ਕਹਿੰਦੇ ਹਾਂ ਆਹ ਸਫੇਦ ਕੱਪੜਿਆਂ ਵਾਲਾ ਇਹ ਪੰਡਤ ਹੈ, ਆਹ ਕਾਲੇ ਕੱਪੜਿਆਂ ਵਾਲਾ ਇਹ ਦਰਵੇਸ਼ ਹੈ, ਭਗਵੇ ਲਿਬਾਸ ਵਾਲਾ ਸਾਧ ਹੈ। ਨਹੀਂ ਬਈ, ਸਾਧ ਦਾ ਅਖਰੀ ਅਰਥ ਹੁੰਦਾ ਹੈ ਸਾਧਨਾ ਕਰਨ ਵਾਲਾ ਗੁਰਮੁਖ, ਮੰਨਣ ਕਰਨ ਵਾਲਾ ਗੁਰਮੁਖ। ਤੇ ਹੁਣ ਜਦੋਂ ਜਿਸ ਗੁਰਮੁਖ ਨੇ ਉਸ ਵਾਹਿਗੁਰੂ ਦੇ ਨਾਮ ਨੂੰ ਸੁਣ ਕੇ ਮੰਨ ਲਿਆ ਹੈ, ਤੇ ਮੰਨਣ ਕਰਨ ਵਾਲੇ ਦੀ ਫਿਰ ਜਿਹੜੀ ਗਤ ਹੈ ਉਹ ਕਹੀ ਨਹੀਂ ਜਾ ਸਕੇਗੀ, ਕਿਉਂਕਿ ਉਹ ਪਰਮੇਸ਼ਰ ਵਿੱਚ ਅਭੇਦ ਹੋ ਜਾਏ। ਜੇ ਕੋ ਕਹੈ ਪਿਛੈ ਪਛਤਾਹੇ, ਜੇ ਕੋ ਕਹੈ, ਜੇ ਕੋਈ ਆਖੇ ਮੈਂ ਮੰਨਣ ਕਰਨ ਵਾਲੇ ਦੀ ਅਵਸਥਾ ਨੂੰ ਕਹਿ ਦੇਵਾਂਗਾ, ਕਹਿੰਦੇ ਉਹਨੂੰ ਪਛਤਾਉਣਾ ਪਵੇਗਾ, ਕਿਉਂਕਿ ਮੰਨਣ ਕਰਨ ਵਾਲੇ ਦੀ ਅਵਸਥਾ ਹੁੰਦੀ ਹੋਈ ਨਹੀਂ ਤੇ ਉਹ ਆਖੇਗਾ ਕੀ। ਵੈਸੇ ਆਪਾਂ ਹਰ ਰੋਜ਼ ਇਹ ਬੇਨਤੀ ਕਰਦੇ ਵੀ ਗੁਰਬਾਣੀ ਅਗਾਧ ਬੋਧ ਹੈ, ਇਹਦੇ ਅਰਥ ਬੜੇ ਨੇ। ਦੂਜਾ ਅਰਥ, ਮੰਨਣ ਕਰਨ ਵਾਲੇ ਦੀ ਅਵਸਥਾ ਕਹਿਣ ਵਾਲਾ ਹਮੇਸ਼ਾ ਪਛਤਾਏਗਾ, ਕਿਉਂਕਿ ਉਹ ਅਵਸਥਾ ਹੀ ਨਹੀਂ ਹੈ, ਉਹਦੀ ਗਤ ਹੀ ਨਹੀਂ ਹੈ। ਪਾਏਗੀ ਉਹਦੀ ਗਤ ਮਿਲੇਗੀ ਕਿਵੇਂ? ਉਹ ਤਾਂ ਬਹੁਤ ਉੱਚੀ ਅਵਸਥਾ ਦਾ ਮਾਲਕ ਹੈ, ਉੱਥੇ ਤਾਂ ਸਭ ਕੁਝ ਸਮਾਪਤ ਹੋ ਜਾਂਦਾ ਹੈ। ਉਹ ਤਾਂ ਸੂਰਜ ਕਿਰਨ ਮਿਲੇ ਜਲ ਕਾ ਜਲ ਹੁਆ, ਰਾਮ ਜੋਤੀ ਜੋਤ ਰਲੀ ਸੰਪੂਰਨ ਥੀਆ। ਰਾਮ ਜਿਹੜਾ ਸੰਪੂਰਨ ਹੋ ਗਿਆ, ਉਹਦੀ ਕੀ ਗਤ ਰਹਿ ਜਾਂਦੀ ਹੈ? ਜਾਂ ਫਿਰ ਇੰਜ ਕਹਿ ਸਕਦੇ ਹਾਂ,
ਜੇ ਕੋਈ ਮੰਨਣ ਕਰਨ ਵਾਲੇ ਦੀ ਅਵਸਥਾ ਬਿਆਨ ਕਰੇਗਾ, ਉਹ ਤੁਹਾਨੂੰ ਇੱਕੋ ਹੀ ਗੱਲ ਕਹੇਗਾ ਕਿ ਮੈਂ ਹੁਣ ਪਛਤਾਵਾ ਕਰਦਾ, ਜਿਹੜੀ ਪ੍ਰਮਾਤਮਾ ਦੇ ਮੰਨਣ ਤੋਂ ਬਿਨਾਂ ਉਮਰ ਲੰਘ ਗਈ, ਮੈਂ ਉਸ ਲੰਘੀ ਹੋਈ ਉਮਰ ਦਾ ਪਛਤਾਵਾ ਕਰਦਾ ਹਾਂ। ਇਹ ਅਰਥ ਵੀ ਠੀਕ ਹੈ। ਕਿਉਂ? ਕਿਉਂਕਿ ਜਿਹੜੀ ਸਾਡੀ ਆਰਜੂ, ਜਿਹੜੀ ਸਾਡੀ ਉਮਰ ਪ੍ਰਮਾਤਮਾ ਨੂੰ ਮੰਨਣ ਕਰਕੇ ਲੰਘਦੀ, ਉਹਦਾ ਆਨੰਦ ਵੱਖਰਾ ਹੈ। ਅਤੇ ਉਸ ਆਨੰਦ ਦੇ ਸਾਹਮਣੇ ਫਿਰ ਦੁਨੀਆ ਦੇ ਆਨੰਦ ਫਿੱਕੇ ਲੱਗਦੇ ਨੇ। ਫਿਰ ਜਿਹਨੇ ਉਹ ਆਨੰਦ ਪ੍ਰਾਪਤ ਕਰ ਲਿਆ ਅਤੇ ਫਿਰ ਉਹ ਕਹੇਗਾ ਜਿਹੜੀ ਉਮਰ ਉਸ ਦੇ ਮੰਨਣ ਤੋਂ ਬਿਨਾਂ ਲੰਘਾ ਦਿੱਤੀ ਅਤੇ ਮੈਂ ਉਸ ਉਮਰ ਦਾ ਪਛਤਾਵਾ ਕਰਦਾ ਹਾਂ। ਆਹੀ ਗੱਲ ਦੱਸੇਗਾ, ਹੋਰ ਕੁਝ ਨਹੀਂ ਦੱਸ ਸਕੇਗਾ। ਭਗਤ ਕਬੀਰ ਜੀ ਨੇ ਇੱਕ ਗੱਲ ਕਹੀ। ਭਗਤ ਜੀ ਕਹਿੰਦੇ, ਕਹੋ ਕਬੀਰ ਗੂੰਗੇ ਗੁੜ ਖਾਇਆ, ਪੁੱਛੇ ਤੇ ਕਿਆ ਕਹੀਏ। ਕਿਸੇ ਗੂੰਗੇ ਪੁਰਸ਼ ਨੂੰ, ਕਿਸੇ ਗੂੰਗੇ ਆਦਮੀ ਨੂੰ ਗੁੜ ਖਵਾ ਕੇ ਤੇ ਉਹਨੂੰ ਪੁੱਛੀਏ ਵੀ ਕਿੰਨਾ ਕੁ ਮਿੱਠਾ ਹੈ, ਉਹ ਕੀ ਦੱਸੇਗਾ ਮਿਠਾਸ ਉਹਦੀ। ਹਾਂ, ਮਨ ਹੀ ਮਨ ਆਨੰਦਿਤ ਹੈ। ਉਹ ਆਪਣੇ ਮਨ ਵਿੱਚ ਹੀ ਜਾਣੀ ਜਾਂਦਾ ਵੀ ਬਹੁਤ ਆਨੰਦ ਹੈ, ਬੜਾ ਮਿੱਠਾ ਗੁੜ ਸੀ, ਤਾਂ ਦੂਜੇ ਨੂੰ ਬੋਲ ਕੇ ਦੱਸ ਤੇ ਨਹੀਂ ਨਾ ਸਕੇਗਾ। ਇਹੀ ਹਾਲ ਹੈ ਮੰਨਣ ਕਰਨ ਵਾਲਿਆਂ ਦਾ। ਜਿਨ੍ਹਾਂ ਨੇ ਵਾਹਿਗੁਰੂ ਦੇ ਨਾਮ ਨੂੰ ਸੁਣ ਕੇ ਮੰਨਣ ਕੀਤਾ ਹੈ ਭਾਈ, ਉਹ ਕਿਸੇ ਹੋਰ ਨੂੰ ਦੱਸ ਨਹੀਂ ਸਕਣਗੇ। ਜੇ ਦੱਸਣਗੇ, ਸਿਰਫ ਇੰਨਾ ਹੀ ਦੱਸਣਗੇ ਕਿ ਜਿਹੜੀ ਉਮਰ ਮੈਂ ਉਹਦੇ ਨਾਮ ਤੋਂ ਬਿਨਾਂ ਲੰਘਾ ਲਈ ਤੇ ਮੈਂ ਉਹਦਾ ਪਛਤਾਵਾ ਕਰਦਾ। ਤੇ ਕਰਨਾ ਚਾਹੀਦਾ ਭਾਈ। ਗੁਰੂ ਅਰਜਨ ਦੇਵ ਸਾਹਿਬ ਨੇ ਤੇ ਕੀਤਾ ਹੈ। ਆਪਾਂ ਪੜ੍ਹਦੇ ਹਾਂ ਨਾ, ਗਈ ਬਹੋੜ ਬੰਦੀ ਛੋੜ, ਨਿਰੰਕਾਰ ਦੁਖਦਾਰੀ। ਜਿਹੜਾ ਬਹੋਰ ਸ਼ਬਦ ਹੈ ਨਾ, ਬਹੋਰ ਸੰਸਕ੍ਰਿਤ ਭਾਸ਼ਾ ਦਾ ਸ਼ਬਦ ਹੈ ਭਾਈ। ਜਦੋਂ ਗੁਰਬਾਣੀ ਦੇ ਅਰਥਾਂ ਨੂੰ ਸਮਝਣਾ ਹੋਵੇ ਨਾ ਭਾਈ, ਤਾਂ ਸਾਨੂੰ ਕਿਤੇ ਨਾ ਕਿਤੇ ਗੁਰਬਾਣੀ ਦੇ ਉਸਤਾਦ ਦੀ, ਭਾਵ ਕਿਸੇ ਆਪਣੇ ਉਸਤਾਦ ਦੀ ਜ਼ਰੂਰਤ ਪੈਂਦੀ ਹੈ। ਕਿਉਂਕਿ ਉਹ ਜਿਹੜੇ ਗੁੱਝੇ ਭੇਦ ਨੇ ਗੁਰਬਾਣੀ ਦੇ ਵਿੱਚ, ਉਹ ਸਮਝਾ ਦਿੰਦੇ ਨੇ। ਸਾਡੇ ਗਿਆਨੀ ਜੀ ਅਰਥ ਕਰਦੇ ਹੁੰਦੇ ਸੀ ਕਿ ਬਹੋਰ ਸ਼ਬਦ ਜਿਹੜਾ ਇਹ ਸੰਸਕ੍ਰਿਤ ਭਾਸ਼ਾ ਦਾ ਸ਼ਬਦ ਹੈ। ਜਦੋਂ ਇਹਨੂੰ ਪੰਜਾਬੀ ਦੇ ਵਿੱਚ ਉਲਥਾ ਕਰਾਂਗੇ ਤੇ ਇਹਦਾ ਭਾਵ ਬਣੇਗਾ ਮੋੜਨਾ। ਬਹੋਰ ਦਾ ਅਰਥ ਹੁੰਦਾ ਹੈ ਮੋੜਨਾ। ਇਹ ਸੰਸਕ੍ਰਿਤ ਭਾਸ਼ਾ ਦਾ ਸ਼ਬਦ ਹੈ ਬਹੋਰ। ਜਿਵੇਂ ਆਪਾਂ ਪੜ੍ਹਦੇ ਹਾਂ ਨਾਮਦੇਵ ਜੀ ਦੀ ਬਾਣੀ ਨਾ, ਉਹਦੇ ਵਿੱਚ ਵੀ ਬਹੋਰੀ ਸ਼ਬਦ ਆਉਂਦਾ ਹੈ ਭਗਵਾਨ ਰਾਮਚੰਦਰ ਪ੍ਰਤੀ। ਤੇ ਹੁਣ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਕੀਤੀ ਫਿਕਰ। ਕਹਿੰਦੇ ਭਾਈ ਜਿਹੜੀ ਉਸ ਵਾਹਿਗੁਰੂ ਦੀ ਯਾਦ ਤੋਂ ਬਿਨਾਂ ਉਮਰ ਲੰਘ ਜਾਏ ਤੇ ਪ੍ਰਮਾਤਮਾ ਕੋਲੋਂ ਮੰਗ ਲਿਆ ਕਰੋ ਵਾਪਸ। ਗਈ ਬਹੋਰ ਬੰਦੀ ਛੋੜ, ਨਿਰੰਕਾਰ ਦੁਖਦਾਰੀ। ਹੈ ਮੇਰਿਆ ਮਾਲਕਾ, ਜਿਹੜੀ ਮੇਰੀ ਉਮਰ ਤੇਰੀ ਯਾਦ ਤੋਂ ਬਿਨਾਂ ਲੰਘ ਗਈ ਤੇ ਉਹਨੂੰ ਸਫਲ ਕਰ ਦੇ। ਪੰਜਾਬੀ ਦੇ ਵਿੱਚ ਬਹੋਰ ਨੂੰ ਮੋੜਨਾ ਕਹਿੰਦੇ ਨੇ। ਮੋੜਨਾ ਕਹਿੰਦੇ ਨੇ। ਹੋ ਸਕਦਾ ਆਪਾਂ ਕਦੀ ਨਾ ਫਿਕਰ ਕੀਤਾ ਹੋਵੇ। ਜਿਹੜੀ ਸਾਡੀ ਉਮਰ ਉਹਦੀ ਯਾਦ ਤੋਂ ਬਿਨਾਂ ਲੰਘ ਗਈ, ਅਸਲ ਵਿੱਚ ਕਾਰਨ ਕੀ ਹੈ? ਆਪਾਂ ਕਿਉਂ ਨਹੀਂ ਫਿਕਰ ਕਰਦੇ ਲੰਘੀ ਉਮਰ ਦਾ ਜਾਂ ਆਉਣ ਵਾਲੀ ਦਾ? ਕਿਉਂਕਿ ਅਸੀਂ ਨੇ ਮਿਥਿਆ ਨੂੰ ਸੱਚ ਮੰਨਿਆ ਹੋਇਆ ਹੈ। ਇੱਕ ਮੋਟੀ ਜੀ ਉਦਾਹਰਨ ਲੈ ਲਓ। ਅਸੀਂ ਕਿਤੇ ਸਫ਼ਰ ਕਰੀਏ ਕਿਸੇ ਗੱਡੀ ਦੇ ਵਿੱਚ ਜਾਂ ਕਿਸੇ ਟ੍ਰੇਨ ਦੇ ਵਿੱਚ, ਤੇ ਆਪਾਂ ਸਥਿਰ ਬੈਠੇ ਹਾਂ, ਇੱਕ ਸੀਟ 'ਤੇ ਬੈਠੇ ਹਾਂ। ਲਾਮੀ ਵੇਖੀਏ ਤੇ ਸਾਨੂੰ ਲੱਗਦਾ ਹੈ ਵੀ ਦਰਖਤ ਭੱਜੇ ਜਾ ਰਹੇ ਨੇ, ਕੋਈ ਕਿਸੇ ਦਾ ਘਰ ਆ ਗਿਆ, ਪਿੱਛੇ ਨੂੰ ਲੰਘ ਗਿਆ, ਉਹ ਭੱਜਾ ਜਾ ਰਿਹਾ। ਸਾਨੂੰ ਲੱਗਦਾ ਵੀ ਮੈਂ ਬੈਠਾ, ਸਭ ਕੁਝ ਭੱਜਿਆ ਜਾਂਦਾ ਹੈ। ਅਸਲ ਵਿੱਚ ਹਕੀਕਤ ਤਾਂ ਉਹਦੀ ਇਹੋ ਹੀ ਹੈ ਨਾ ਵੀ ਸਾਰਾ ਕੁਝ ਖੜਾ ਹੈ ਤੇ ਤੂੰ ਹੀ ਭੱਜਿਆ ਜਾਂਦਾ ਹੈ। ਭਾਵੇਂ ਕਿ ਤੂੰ ਇੱਕ ਸੀਟ 'ਤੇ ਸਥਿਰ ਬੈਠਾ ਹੈ,
ਪਰ ਭੱਜਿਆ ਤੇ ਤੂੰ ਜਾ ਰਿਹਾ ਹੈ। ਬਿਲਕੁਲ ਇਸੇ ਤਰ੍ਹਾਂ ਅਸੀਂ ਜਿਹੜਾ ਸਾਡਾ ਜੀਵਨ ਹੈ ਨਾ ਭਾਈ, ਸਾਡਾ ਜੀਵਨ ਇੱਕ ਗੱਡੀ ਦੀ ਤਰ੍ਹਾਂ ਦੌੜਿਆ ਜਾਂਦਾ ਦੌੜਿਆ ਜਾਂਦਾ। ਇਹਦੇ ਵਿੱਚ ਜਿਹੜਾ ਜੀਵ ਹੈ, ਹਿਰਦਾ ਜਿਹੜਾ ਸਾਡਾ ਮਨ ਹੈ, ਉਹ ਮਨ ਇੱਕ ਥਾਂ 'ਤੇ ਖੜਾ ਹੈ ਅਤੇ ਸਾਨੂੰ ਲੱਗੀ ਜਾਂਦਾ ਹੈ ਵੀ ਸਾਡੇ ਨਾਲ ਦੇ ਉਹ ਫਲਾਣਾ ਵੀ ਪੂਰਾ ਹੋ ਗਿਆ, ਉਹ ਸਮਾਂ ਆ ਦਿਨ ਵੀ ਲੰਘ ਗਿਆ, ਰਾਤ ਵੀ ਲੰਘ ਗਈ, ਸਾਨੂੰ ਲੱਗਦਾ ਵੀ ਸਮਾਂ ਭੱਜਿਆ ਜਾਂਦਾ ਹੈ। ਨਹੀਂ ਨਹੀਂ ਭਾਈ, ਅਸਲ ਵਿੱਚ ਤੇਰਾ ਜੀਵਨ ਦੀ ਗੱਡੀ ਭੱਜੀ ਜਾਂਦੀ ਹੈ, ਤੇਰੇ ਜੀਵਨ ਦੀ ਗੱਡੀ ਭੱਜੀ ਜਾਂਦੀ ਹੈ। ਸਾਨੂੰ ਲੱਗਦਾ ਵੀ ਜੋ ਮੈਂ ਹਾਂ ਉਹ ਸੱਚ ਹੈ। ਦਿਨ ਰਾਤ ਲੰਘਦੀ ਅਸੀਂ ਵੇਖੀ ਜਾਂਦੇ ਹਾਂ ਵੀ ਦਿਨ ਲੰਘ ਗਿਆ, ਰਾਤ ਲੰਘ ਗਈ, ਸਮਾਂ ਦੌੜਦਾ ਜਾਂਦਾ, ਸਮਾਂ ਨਿਕਲ ਗਿਆ, ਆਹ ਮਹੀਨਾ ਲੰਘ ਗਿਆ, ਸਾਲ ਲੰਘ ਗਿਆ। ਨਹੀਂ ਭਾਈ, ਅਸਲ ਵਿੱਚ ਤੇਰਾ ਹੀ ਜੀਵਨ ਭੱਜਿਆ ਜਾ ਰਿਹਾ ਹੈ, ਅਸਲ ਵਿੱਚ ਤੇਰੀ ਹੀ ਜ਼ਿੰਦਗੀ ਭੱਜੀ ਜਾ ਰਹੀ ਹੈ। ਹੁਣ ਗੱਡੀ ਵਿੱਚ ਬੈਠੇ ਨੂੰ ਲੱਗਦਾ ਹੈ ਵੀ ਸਾਰਾ ਕੁਝ ਭੱਜਿਆ ਜਾਂਦਾ ਹੈ, ਸੜਕ ਭੱਜੀ ਜਾਂਦੀ ਹੈ, ਲਾਮੀ ਖੜੇ ਦਰਖਤ ਭੱਜੇ ਜਾਂਦੇ ਨੇ, ਪਰ ਜਦੋਂ ਅੱਗੇ ਸਟੇਸ਼ਨ 'ਤੇ ਜਾ ਕੇ ਉਤਰਦਾ ਫਿਰ ਪਤਾ ਲੱਗਦਾ ਉਹ ਤਾਂ ਉੱਥੇ ਹੀ ਖੜੇ ਸੀ, ਮੈਂ ਹੀ ਅੱਗੇ ਆ ਗਿਆ। ਅਤੇ ਬਿਲਕੁਲ ਇਸੇ ਤਰ੍ਹਾਂ ਅਸੀਂ ਜਿਹੜੇ ਸਾਡਾ ਜੀਵਨ ਭੱਜਿਆ ਜਾ ਰਿਹਾ, ਜੀਵਨ ਭੱਜਿਆ ਜਾ ਰਿਹਾ, ਅਤੇ ਜਿੱਦਣ ਮੌਤ ਆਏਗੀ ਉਸ ਦਿਨ ਪਤਾ ਲੱਗੇਗਾ ਸੰਸਾਰ 'ਤੇ ਖੜਾ ਅਤੇ ਮੈਂ ਹੀ ਭੱਜਿਆ ਆਉਂਦਾ ਸੀ, ਸੰਸਾਰ 'ਤੇ ਖੜਾ ਅਤੇ ਮੈਂ ਹੀ ਭੱਜਿਆ ਆਉਂਦਾ ਸੀ। ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਪਾਤਸ਼ਾਹ ਕਹਿੰਦੇ ਨੇ, ਭਾਈ ਫਿਰ ਜਿਹੜਾ ਮੰਨੇ ਕੀ ਗਤ ਕਹੀ ਨਾ ਜਾਏ, ਜੇ ਕੋ ਕਹੇ ਪਿੱਛੇ ਪਛਤਾਏ। ਜਿਹੜਾ ਮੰਨਣ ਦੀ ਅਵਸਥਾ ਨੂੰ ਬਿਆਨ ਕਰਨਾ ਚਾਹੇਗਾ ਨਾ, ਉਹ ਬਸ ਸਿਰਫ ਇੰਨੀ ਕੁ ਗੱਲ ਕਵੇਗਾ ਕਿ ਜਿਹੜੀ ਉਮਰ ਵਾਹਿਗੁਰੂ ਦੀ ਯਾਦ ਤੋਂ ਬਿਨਾਂ ਲੰਘ ਗਈ, ਜਿਹੜਾ ਸਮਾਂ ਉਹਦੀ ਯਾਦ ਤੋਂ ਬਿਨਾਂ ਲੰਘ ਗਿਆ, ਬਸ ਮੈਂ ਉਹਦਾ ਪਛਤਾਵਾ ਕਰਦਾ ਵੀ ਕਿਉਂ ਲੰਘਿਆ। ਉਹ ਵੀ ਸਮਾਂ ਮੈਂ ਵਾਹਿਗੁਰੂ ਨੂੰ ਮੰਨਣ ਕਰਕੇ ਹੀ ਲੰਘਾਉਣਾ ਸੀ। ਦੂਜਾ ਵੀ ਭਾਈ ਜਿਹੜੇ ਰੱਬ ਦੇ ਪਿਆਰੇ ਨੇ ਨਾ, ਕੋਈ ਮਨੁੱਖ ਮੰਨਣ ਕਰਨ ਵਾਲਿਆਂ ਦੀ ਮਹਿਮਾ ਨੂੰ ਬਿਆਨ ਕਰਨਾ ਚਾਹੇ, ਉਹ ਕਦੀ ਬਿਆਨ ਨਹੀਂ ਕਰ ਸਕੇਗਾ। ਕਾਗਦ ਕਲਮ ਨਾ ਲਿਖਣ ਹਾਰ। ਹੁਣ ਅੱਗੇ ਲਿਖਣ ਦੀ ਗੱਲ ਆ ਗਈ ਭਾਈ। ਕੋਈ ਇਨਸਾਨ ਕਿਸੇ ਕਾਗਜ਼ 'ਤੇ ਕਿਸੇ ਕਲਮ ਦੇ ਨਾਲ ਮੰਨਣ ਕਰਨ ਵਾਲੇ ਜਾਂ ਉਸ ਵਾਹਿਗੁਰੂ ਨੂੰ ਲਿਖਣਾ ਚਾਹੇ, ਉਹ ਕਦੇ ਲਿਖਿਆ ਨਹੀਂ ਜਾ ਸਕਦਾ। ਭਗਤ ਕਬੀਰ ਜੀ ਨੇ ਕਿਹਾ, 7 ਸਮੁੰਦਰਾਂ ਦੀ ਸ਼ਾਹੀ ਬਣਾ ਲਵਾਂ, ਜਿੰਨੀ ਬਨਾਸ਼ਪਤੀ ਇਸ ਧਰਤੀ 'ਤੇ ਹੈ, 18 ਭਾਰ ਦੱਸੀਏ ਵਿਦਵਾਨਾਂ ਨੇ, ਅਤੇ ਉਹਦਾ ਸਾਰੀ ਦੀਆਂ ਕਲਮਾਂ ਬਣਾ ਲਵਾਂ। ਕਿੰਨੇ ਦਰਖਤ ਨੇ ਜੀ, ਜੰਗਲ ਕਿੰਨੇ ਨੇ ਵੇਖੋ, ਅੰਦਾਜ਼ਾ ਲਾਓ ਕਿੰਨੇ ਜੰਗਲ ਨੇ। ਪਹਾੜਾਂ 'ਚ ਤੁਸੀਂ ਜਾਓ, ਕਿੰਨੀ ਬਨਾਸ਼ਪਤੀ, ਕਿੰਨੇ ਦਰਖਤ, ਕਿ ਵੱਡੇ ਵੱਡੇ ਅਸਮਾਨ ਨੂੰ ਖਿੰਦੇ ਦਰਖਤ ਪਏ ਨੇ। ਸਾਰੀ ਬਨਾਸ਼ਪਤੀ ਦੀਆਂ ਕਲਮਾਂ ਬਣਾਵਾਂ ਅਤੇ 7 ਸਮੁੰਦਰਾਂ ਦੀ ਸ਼ਾਹੀ ਬਣਾਵਾਂ। ਪਰਮਾਤਮਾ ਦਾ ਜਸ ਲਿਖਣਾ ਚਾਹਾਂ ਤੇ ਕਹਿੰਦੇ ਨੇ ਇੱਕ ਰੋਮ ਦਾ ਵੀ ਜਸ ਨਹੀਂ ਲਿਖਿਆ ਜਾਣਾ, ਉਹ ਇੰਨਾ ਸਮਰੱਥ ਹੈ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਵੀ ਕਿਰਪਾ ਕੀਤੀ ਹੈ ਜੀ। ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਵੀ ਕਿਰਪਾ ਕਰਦੇ ਨੇ, ਉਹਨਾਂ ਨੇ ਵੀ ਲਿਖਿਆ, ਕਹਿੰਦੇ ਮੈਂ ਅਗਰ ਪਰਮਾਤਮਾ ਦੀ ਉਸਤਤ ਨੂੰ ਬਿਆਨ ਕਰਨਾ ਚਾਹਾਂ, 7 ਸਮੁੰਦਰਾਂ ਦੀ ਸ਼ਾਹੀ ਬਣਾ ਕੇ ਕੁੱਲ ਕਾਇਨਾਤ, ਕੁੱਲ ਬਨਾਸ਼ਪਤੀ ਦੀਆਂ ਕਲਮਾਂ ਬਣਾਵਾਂ। ਅਤੇ ਲੋਕ ਕਹਿੰਦੇ ਨੇ ਸਰਸਵਤੀ ਇੱਕ ਵੱਡੀ ਦਾਤੀ ਹੈ, ਉਹ ਲਿਖਣ ਲੱਗ ਜਾਵੇ। ਕਹਿੰਦੇ ਨੇ ਫਿਰ ਵੀ ਪਰਮਾਤਮਾ ਦੀ ਇੱਕ ਰੋਮ ਦੀ ਮਹਿਮਾ ਨਹੀਂ ਲਿਖੀ ਜਾਏਗੀ। ਇਸ ਕਰਕੇ ਕਾਗਦ ਕਲਮ ਨਾ ਲਿਖਣ ਹਾਰ। ਉਸ ਪਰਮਾਤਮਾ ਦੀ ਗਤ ਨੂੰ, ਉਸ ਪਰਮਾਤਮਾ ਦੀ ਅਵਸਥਾ ਨੂੰ ਕਿਸੇ ਕਾਗਜ਼ 'ਤੇ, ਕਿਸੇ ਕਲਮ 'ਤੇ ਨਹੀਂ ਲਿਖਿਆ ਜਾ ਸਕੇਗਾ। ਦੂਜਾ ਅਰਥ ਕਿ ਜਿਹੜੇ ਗੁਰਮੁਖ ਉਸ ਵਾਹਿਗੁਰੂ ਦੇ ਨਾਮ ਨੂੰ ਸੁਣ ਕੇ ਮੰਨਣ ਕਰ ਲੈਂਦੇ ਨੇ ਨਾ ਭਾਈ, ਅਤੇ ਮੰਨਣ ਕਰਨ ਵਾਲਿਆਂ ਦੀ, ਇਸ ਤਲ 'ਤੇ ਪਹੁੰਚਣ ਵਾਲਿਆਂ ਦਾ ਕੋਈ ਜਸ, ਕੋਈ ਮਹਿਮਾ, ਕੋਈ ਗਤ ਲਿਖੀ ਵੀ ਨਹੀਂ ਜਾ ਸਕੀ। ਕਹਿਣੀ ਤਾਂ ਕੀ ਗੱਲ, ਤੇ ਲਿਖੀ ਵੀ ਨਹੀਂ ਜਾ ਸਕੀ।
ਇਸ ਕਰਕੇ ਕਾਗਦ ਕਲਮ ਨਾ ਲਿਖਣ ਹਾਰ ਉਸ ਪਰਮਾਤਮਾ ਦੇ, ਜਾਂ ਜੇ ਉਹ ਇੰਨਾ ਸਮਰੱਥ ਹੈ ਕਿ ਉਹਦੀ ਮਹਿਮਾ ਨੂੰ ਲਿਖਿਆ ਨਹੀਂ ਜਾ ਸਕਦਾ। ਮੰਨੇ ਕਾ ਬਹਿ ਕਰਨ ਵਿਚਾਰ, ਕਹਿੰਦੇ ਨੇ ਭਾਵੇਂ ਕੋਈ ਮਨੁੱਖ ਰਲ ਕੇ ਅੰਦਾਜ਼ਾ ਲਾਉਣ ਵਾਸਤੇ ਵਿਚਾਰ ਕਰਦੇ ਹੋਣ, ਭਾਵ ਬਹੁਤ ਸਾਰੇ ਵਿਦਵਾਨ ਬੈਠ ਕੇ ਅੰਦਾਜ਼ਾ ਲਾਉਣ, ਇਕੱਠੇ ਹੋ ਜਾਣ ਵੀ ਮੰਨਣ ਕਰਨ ਵਾਲਿਆਂ ਦਾ ਕੁਝ ਬਿਆਨ ਕਰੀਏ, ਤੇ ਰਲ ਕੇ ਵਿਚਾਰਾਂ ਕਰਨ ਦੇ ਨਾਲ ਵੀ ਮੰਨਣ ਵਾਲੇ ਦੀ ਅਵਸਥਾ ਨਹੀਂ ਲਿਖੀ ਜਾ ਸਕੇਗੀ। ਰਲ ਕੇ ਵਿਚਾਰਾਂ ਕਰਨ, ਬਹੁਤ ਜ਼ਿਆਦਾ ਵਿਚਾਰਾਂ ਕਰਨ ਵਾਲੇ ਹੋਣ ਤੇ ਉਹਨਾਂ ਤੋਂ ਮੰਨਣ ਵਾਲੇ ਦੀ ਅਵਸਥਾ ਫਿਰ ਵੀ ਨਹੀਂ ਲਿਖੀ ਜਾਏਗੀ। ਐਸਾ ਨਾਮ ਨਿਰੰਜਨ ਹੋਏ। ਨਿਰੰਜਨ, ਅੰਜਨ ਨਾਮ ਹੈ ਜੀ ਸੁਰਮੇ ਦਾ, ਕਾਲਖ ਦਾ। ਅੰਜਨ ਕਹਿੰਦੇ ਨੇ ਸੁਰਮੇ ਨੂੰ, ਤੇ ਇੱਥੇ ਹੈ ਨਿਰੰਜਨ। ਇਹਦੇ ਆਪਾਂ ਅਰਥ ਕਰਨੇ ਆ ਨਿਰਅੰਜਨ, ਨਿਰਮਲ, ਮੈਲ ਤੋਂ ਰਹਿਤ। ਨਿਰਅੰਜਨ, ਕਾਲਖ ਤੋਂ ਰਹਿਤ। ਉਹ ਜਿਹੜਾ ਉਸ ਵਾਹਿਗੁਰੂ ਦਾ ਨਾਮ ਹੈ, ਅਕਾਲ ਪੁਰਖ ਵਾਹਿਗੁਰੂ ਦਾ ਨਾਮ ਇੰਨਾ ਵੱਡਾ ਉੱਚਾ ਹੈ, ਤੇ ਉਹ ਮਾਇਆ ਦੀ ਮੈਲ ਤੋਂ, ਮਾਇਆ ਦੇ ਪ੍ਰਭਾਵ ਤੋਂ ਅਲੇਪ ਹੈ, ਨਿਰਮਲ ਹੈ। ਜੇ ਹੁਣ ਆਪਾਂ ਉਂਝ ਵੇਖੀਏ, ਪਰਮੇਸ਼ਰ ਇਤਨਾ ਵੱਖਰਾ ਹੈ, ਅਲੇਪ ਹੈ, ਬਸੇਂਦਾ ਤੇ ਸਾਰਿਆਂ ਵਿੱਚ ਹੀ ਹੈ, ਪਰ ਉਹ ਨਿਰਲੇਪ ਹੈ। ਸੂਰ ਵਿੱਚ ਵੀ ਤਾਂ ਰੱਬ ਵਸਦਾ ਹੈ, ਪਰ ਨਿਰਲੇਪ ਹੋਣ ਕਰਕੇ ਤੇ ਇਹ ਉਸ ਸੂਰ ਦੇ ਜੀਵਨ ਤੋਂ ਪਰੇ ਹੈ। ਹੁਣ ਬਸਣ ਨੂੰ ਤੇ ਆਪਾਂ ਕਹਿੰਦੇ ਆ ਕਿ ਉਹ ਪ੍ਰਮਾਤਮਾ ਘਟ ਘਟ ਦੇ ਵਿੱਚ ਵਸਦਾ ਹੈ। ਫਿਰ ਆ ਜਿਹੜੇ ਨਸ਼ਾ ਪੱਤਾ ਖਾ ਕੇ ਗੰਦਗੀ 'ਚ ਡਿੱਗੇ ਫਿਰਦੇ ਰਹਿੰਦੇ ਨੇ, ਇਹਨਾਂ ਵਿੱਚ ਵੀ ਤਾਂ ਹੈ, ਪਰ ਉਹ ਨਿਰਲੇਪ ਹੈ ਜੀ। ਉਹ ਨਿਰੰਜਨ ਹੈ ਤੇ ਉਹਨੂੰ ਕਿਸੇ ਤਰ੍ਹਾਂ ਦੀ ਮੈਲ ਨਹੀਂ ਲੱਗਦੀ। ਉਹ ਕਾਲਖ ਤੋਂ ਰਹਿਤ ਹੈ। ਕਾਲਖ ਲੱਗਦੀ ਹੈ ਸਾਡੇ ਮਨਾਂ ਨੂੰ, ਲੇਕਿਨ ਪਰਮੇਸ਼ਰ ਵਾਹਿਗੁਰੂ ਜਿਹੜਾ ਹੈ ਉਹ ਨਿਰੰਜਨ, ਕਾਲਖ ਤੋਂ ਪਰੇ ਹੈ, ਨਿਰਲੇਪ ਹੈ। ਉਹਦਾ ਜਿਹੜਾ ਨਾਮ ਹੈ ਉਹ ਵੀ ਇੱਕ ਨਿਰਲੇਪ ਹੈ ਭਾਈ। ਉਹਦੇ ਨਾਮ ਨੂੰ ਕੋਈ ਮੈਲ ਨਹੀਂ ਲੱਗਦੀ। ਇੱਕ ਗੱਲ ਹੋਰ ਸੁਣਿਓ, ਉਸ ਵਾਹਿਗੁਰੂ ਦੇ ਨਾਮ ਦੇ ਵਿੱਚ ਇਤਨੀ ਸਮਰੱਥਾ ਹੈ, ਉਹ ਮੈਲਿਆਂ ਨੂੰ ਧੋ ਕੇ ਪਵਿੱਤਰ ਕਰ ਦਿੰਦਾ ਹੈ। ਜਿਹੜੇ ਮੈਲੇ ਹੋਣ ਤੇ ਉਹਨਾਂ ਮੈਲਿਆਂ ਨੂੰ ਧੋ ਕੇ ਵਾਹਿਗੁਰੂ ਜੀ ਦਾ ਨਾਮ ਪਾਕ ਕਰ ਦਿੰਦਾ ਹੈ, ਪਵਿੱਤਰ ਕਰ ਦਿੰਦਾ ਹੈ। ਕਿੰਨੇ ਮੈਲਿਆਂ ਨੂੰ ਧੋਇਆ। ਨਾਮ ਜਪਣ ਵਾਲਿਆਂ ਦਾ ਕਿੰਨਿਆਂ ਦਾ ਵੇਰਵਾ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਆਉਂਦਾ ਹੈ। ਪਾਤਸ਼ਾਹ ਕਹਿੰਦੇ, ਅਜਾਮਲ ਪਾਪੀ ਜਗ ਜਾਣੈ, ਨਿਮਖ ਮਾਹੇ ਨਿਸਤਾਰਾ। ਕਿੱਡਾ ਮੈਲਾ ਮਨ ਸੀ ਅਜਾਮਲ ਦਾ, ਕਿੱਡਾ ਮੈਲਾ ਮਨ ਸੀ ਗਨਕਾ ਦਾ। ਤੇ ਜਦੋਂ ਵਾਹਿਗੁਰੂ ਦੇ ਨਾਮ ਦਾ ਚੇਤਾ ਆਇਆ ਤੇ ਇਹਨਾਂ ਦਾ ਮੈਲਾ ਮਨ ਵੀ ਪਵਿੱਤਰ ਹੋ ਗਿਆ। ਔਰ ਪ੍ਰਮਾਤਮਾ ਦੇ ਨਾਮ ਦੇ ਵਿੱਚ, ਵਾਹਿਗੁਰੂ ਦੇ ਨਾਮ ਦੇ ਵਿੱਚ ਇਤਨੀ ਸਮਰੱਥਾ ਹੈ ਕਿ ਉਹਨਾਂ ਦਾ ਉਹ ਮੈਲੇ ਨੂੰ ਧੋ ਦਿੰਦਾ ਹੈ। ਇਸ ਕਰਕੇ ਐਸਾ ਨਾਮ ਨਿਰੰਜਨ ਹੋਏ। ਜੇ ਕੋ ਇਹ ਜਿਹੜਾ ਵਾਹਿਗੁਰੂ ਦਾ ਨਾਮ ਹੈ ਨਾ ਜੀ, ਇਹ ਇੰਨਾ ਨਿਰੰਜਨ ਹੈ, ਇਤਨਾ ਪਵਿੱਤਰ ਹੈ, ਇਤਨਾ ਪਾਕ ਹੈ, ਤੇ ਮੰਨਣ ਕਰਨ ਵਾਲੇ ਇਹਦੇ ਵਿੱਚ ਜਦੋਂ ਜੁੜ ਜਾਣ, ਇਸ ਨਾਮ ਨੂੰ ਮੰਨ ਲੈਣ, ਫਿਰ ਅੱਗੇ ਪਾਤਸ਼ਾਹ ਕਹਿੰਦੇ, ਜੇ ਕੋ ਮਨ ਜਾਣੈ ਮਨ ਕੋਏ। ਇੱਥੇ ਨਾ ਪਾਠ ਕਰਨ ਦਾ ਇੱਕ, ਜਿਹੜੀ ਸੰਗਤ ਬਗੈਰ ਸੰਥਿਆ ਤੋਂ ਪਾਠ ਕਰਦੀ ਹੈ ਨਾ, ਚਲੋ ਕਰਨਾ ਚਾਹੀਦਾ, ਇਹ ਨਾ ਸੋਚਿਓ ਵੀ ਨਹੀਂ ਕਰਨਾ। ਤੇ ਉਹ ਸ਼ਾਇਦ ਇੱਦਾਂ ਹੀ ਪੜ੍ਹਦੇ ਨੇ ਕਿ ਜੇ ਕੋ ਮਨ ਜਾਣੈ ਮਨ ਕੋਏ। ਨਹੀਂ ਭਾਈ, ਅਸਲ ਵਿੱਚ ਇੱਥੇ ਇੱਦਾਂ ਪੜ੍ਹਨਾ ਹੈ, ਜੇ ਕੋ ਮਨ, ਪਹਿਲਾਂ ਅਗਲਾ ਸ਼ਬਦ ਹੈ ਮਨ, ਪਿੱਛੇ ਹੈ ਮਨ। ਜਿਹੜਾ ਮੂਰਲਾ ਅਕਸ਼ਰ ਹੈਗਾ ਮਨ, ਉਹਦਾ ਭਾਵ ਬਣਦਾ ਮੰਨਣ ਨਾਲ। ਪਿੱਛੇ ਹੈ ਮਨ, ਜੋ ਸਾਡੇ ਹਿਰਦੇ ਵਿੱਚ ਹੁੰਦਾ ਹੈ। ਕਹਿੰਦੇ ਨੇ ਵਾਹਿਗੁਰੂ ਦਾ ਨਾਮ ਇਤਨਾ ਪਾਕ ਹੈ, ਇਤਨਾ ਪਵਿੱਤਰ ਹੈ
ਤੇ ਉਹਦੀ ਪਵਿੱਤਰਤਾ ਨੂੰ, ਉਸ ਦੀ ਨਿਰਮਲਤਾ ਨੂੰ, ਉਸ ਦੇ ਮਹਿਮਾ ਨੂੰ ਸਿਰਫ ਉਹੋ ਹੀ ਜਾਣ ਸਕਦਾ ਜਿਹੜਾ ਉਹਨੂੰ ਮੰਨਣ ਕਰਦਾ ਹੈ, ਦੂਜਾ ਨਹੀਂ ਜਾਣ ਸਕੇਗਾ। ਜੇ ਕੋ ਮਨ ਜਾਣੈ ਮਨ ਕੋਇ, ਮਨ ਉਹਨੂੰ ਮੰਨ ਕੇ ਵੇਖ। ਤੇ ਜਦੋਂ ਤੂੰ ਉਹਨੂੰ ਮੰਨੇਗਾ, ਸ਼ਰਧਾ ਭਾਵਨਾ ਰੱਖ ਕੇ ਵੇਖ, ਜੇ ਕੋਈ ਮਨੁੱਖ ਆਪਣੇ ਅੰਦਰ ਲਗਨ ਲਾ ਕੇ ਵੇਖੇ, ਫਿਰ ਗੱਲ ਬਣੇਗੀ ਭਾਈ। ਮੰਨੇ ਤੋਂ ਬਗੈਰ ਉਸ ਵਾਹਿਗੁਰੂ ਨੂੰ ਬਿਆਨ, ਇੱਕ ਆਮ ਜੀ ਮੋਟੀ ਜੀ ਉਦਾਹਰਣ ਲੈ ਲਓ। ਜਿਹੜਾ ਇਨਸਾਨ ਜਿਸ ਮੰਜ਼ਿਲ ਤੱਕ ਪਹੁੰਚਿਆ ਹੀ ਨਹੀਂ, ਮੰਨ ਲਓ ਆਪਾਂ ਆਮ ਹੀ ਗੱਲ ਕਰ ਲਓ, ਅਸੀਂ ਕਿਸੇ ਸ਼ਹਿਰ ਵਿੱਚ ਨਹੀਂ ਗਏ। ਬਹੁਤ ਸਾਰੀ ਸੰਗਤ ਆਪਾਂ ਵੇਖਦੇ ਹਾਂ ਵੀ ਲਾਹੌਰ ਆਪਣੇ ਵਿੱਚੋਂ ਸ਼ਾਇਦ ਕੋਈ ਵਿਰਲਾ ਹੀ ਗਿਆ ਹੋਵੇ, ਜਾਂ ਨਨਕਾਣਾ ਸਾਹਿਬ ਆਪਾਂ ਵੇਖਦੇ ਹਾਂ ਵੀ ਨਨਕਾਣਾ ਸਾਹਿਬ, ਚਲੋ ਆਪਾਂ ਨੂੰ ਪਤਾ ਹੈ ਵੀ ਸਾਡੇ ਗੁਰੂ ਨਾਨਕ ਦੇਵ ਸਾਹਿਬ ਦਾ ਉੱਥੇ ਜਨਮ ਹੋਇਆ ਹੈ। ਹੁਣ ਜਿਹੜਾ ਇਨਸਾਨ ਲਾਹੌਰ ਗਿਆ ਹੀ ਨਹੀਂ ਤੇ ਆਪਾਂ ਉਹਨੂੰ ਕਹੀਏ ਵੀ ਭਾਈ ਸਾਨੂੰ ਲਾਹੌਰ ਬਾਰੇ ਦੱਸੋ, ਨਹੀਂ ਦੱਸ ਸਕੇਗਾ। ਤੇ ਜਿਹੜਾ ਲਾਹੌਰ ਜਾ ਕੇ ਆਇਆ ਤੇ ਉਹਨੂੰ ਪਤਾ ਹੈ ਵੀ ਉੱਥੇ ਕੀ ਆਨੰਦ ਹੈ, ਕਿੱਦਾਂ ਦਾ ਮਾਹੌਲ ਹੈ, ਕਿੱਦਾਂ ਦਾ ਕੀ ਹੈ, ਉਹਨੂੰ ਸਾਰਾ ਪਤਾ ਹੈ। ਚਲੋ ਇਹ ਤੇ ਆਮ ਦੁਨਿਆਵੀ ਉਦਾਹਰਣ ਹੈ। ਸੱਚ ਇਹ ਵੇ ਕਿ ਜਿਹੜਾ ਪਰਮੇਸ਼ਰ ਦੇ ਨਾਮ ਨੂੰ ਮੰਨਣ ਕਰ ਲੈਂਦਾ ਹੈ, ਬਸ ਉਹ ਮਨ ਹੀ ਮਨ ਜਾਣਦਾ ਕਿ ਉਹਨੂੰ ਮੰਨਣ ਦਾ ਆਨੰਦ ਕੀ ਹੈ। ਤੇ ਜੇ ਤੂੰ ਉਸ ਦੇ ਆਨੰਦ ਨੂੰ ਵੇਖਣਾ ਹੈ ਤੇ ਤੈਨੂੰ ਆਪਣੇ ਮਨ ਦੇ ਅੰਦਰ ਉਸ ਵਾਹਿਗੁਰੂ ਨੂੰ ਮੰਨਣ ਕਰਨਾ ਪਏਗਾ। ਤੇ ਆਪਾਂ ਮੰਨਣ ਦੀ ਪਰਿਭਾਸ਼ਾ ਹੈ ਜਿਹੜੀ, ਉਹ ਆਪਾਂ ਕੱਲ ਸਮਝੀ ਸੀ, ਵਿਚਾਰੀ ਸੀ ਕਿ ਮੰਨਣ ਕਿਹਨੂੰ ਕਹਿੰਦੇ ਨੇ। ਜਿੱਥੇ ਮਨ ਦੇ ਸੰਕਲਪ ਪਰੇ ਹੋ ਜਾਣ, ਜਿੱਥੇ ਵਿਚਾਰ ਦੀ ਸਮਾਪਤੀ ਹੋ ਜਾਵੇ। ਜਿੰਨਾ ਚਿਰ ਤੇਰੇ ਅੰਦਰ ਵਿਚਾਰ ਚੱਲਦੀ ਹੈ, ਤੇਰੇ ਅੰਦਰ ਸਵਾਲ ਪੈਦਾ ਹੁੰਦੇ ਨੇ, ਤੇਰੇ ਅੰਦਰ ਫੁਰਨੇ ਪੈਦਾ ਹੁੰਦੇ ਨੇ, ਤੇ ਉਦੋਂ ਤੱਕ ਤੂੰ ਉਸ ਵਾਹਿਗੁਰੂ ਨੂੰ ਮੰਨਣ ਨਹੀਂ ਕਰ ਸਕੇਗਾ। ਉਦੋਂ ਤੱਕ ਤੂੰ ਉਸ ਵਾਹਿਗੁਰੂ ਦਾ ਮੰਨਣ ਨਹੀਂ ਕਰ ਸਕੇਗਾ। ਔਰ ਜਦੋਂ ਤੇਰੇ ਅੰਦਰ ਦੀ ਵਿਚਾਰ ਜਿਹੜੀ ਹੈ, ਤੇਰੇ ਅੰਦਰ ਦੇ ਫੁਰਨੇ ਰੁਕ ਗਏ, ਤੇ ਫਿਰ ਤੂੰ ਉਸ ਵਾਹਿਗੁਰੂ ਜੀ ਦਾ ਨਾਮ ਜਿਹੜਾ ਉਹ ਮੰਨ ਲਵੇਂਗਾ। ਤੇ ਫਿਰ ਜਦੋਂ ਤੂੰ ਮੰਨ ਲਿਆ, ਫਿਰ ਮੰਨੇ ਕੀ ਗਤ ਕਹੀ ਨਾ ਜਾਏ, ਫਿਰ ਤੇਰੀ ਗਤ, ਤੇਰੀ ਮਹਿਮਾ ਨੂੰ ਕੋਈ ਬਿਆਨ ਨਹੀਂ ਕਰ ਸਕੇਗਾ। ਇੱਕ ਹੋਰ ਉਦਾਹਰਣ ਲੈ ਲਓ। ਜਿੰਨਾ ਚਿਰ ਅਸੀਂ ਉਸ ਪਰਮਾਤਮਾ ਤੋਂ ਪਰੇ ਹਾਂ, ਵਾਹਿਗੁਰੂ ਤੋਂ ਪਰੇ ਹਾਂ, ਉਹਨਾਂ ਚਿਰ ਅਸੀਂ ਸੰਸਾਰ ਦੇ ਵਿੱਚ ਖੱਚਤ ਹਾਂ। ਜਿਵੇਂ ਮੰਨ ਲਓ ਕੋਈ ਸਾਡੀ ਬੋਡੀ ਦਾ ਖੂਨ ਨਿਕਾਲ ਕੇ ਟੈਸਟ ਕੀਤੇ ਜਾਂਦੇ ਨੇ, ਇੱਕ ਕਤਰੇ ਤੋਂ ਪਤਾ ਲੱਗ ਜਾਂਦਾ ਇਹਦੇ ਵਿੱਚ ਕੀ ਹੈ। ਤੇ ਜੇਕਰ ਉਹ ਕਤਰਾ ਸਮੁੰਦਰ ਦੇ ਵਿੱਚ ਮਿਲਾ ਦਿੱਤਾ ਜਾਏ ਤੇ ਕਿੱਥੋਂ ਲੱਭਾਂਗੇ ਉਸ ਕਤਰੇ ਨੂੰ, ਉਸ ਰੰਚਕ ਨੂੰ ਕਿੱਥੋਂ ਲੱਭਾਂਗੇ। ਅਸੀਂ ਇੱਕ ਰੰਚਕ ਮਾਤਰ ਅੰਸ਼ ਹਾਂ। ਸਾਡਾ ਜਿਹੜਾ ਜੀਵਨ ਹੈ ਨਾ ਜੀ, ਉਹ ਰੰਚਕ ਮਾਤਰ ਅੰਸ਼ ਹੈ। ਤੇ ਜਦੋਂ ਅਸੀਂ ਉਸ ਵਾਹਿਗੁਰੂ ਦੇ ਵਿੱਚ ਅਭੇਦ ਹੋ ਕੇ, ਤੇ ਉਹ ਸਮੁੰਦਰ ਹੈ, ਤੇ ਸਮੁੰਦਰ ਦੇ ਵਿੱਚ ਮਿਲਿਆ ਹੋਇਆ ਕਿਣਕਾ ਦੁਬਾਰਾ ਲੱਭਦਾ ਨਹੀਂ, ਤੇ ਫਿਰ ਲਿਖਾਂਗੇ ਕੀ, ਉਹਨੂੰ ਬਿਆਨ ਕੀ ਕਰਾਂਗੇ। ਜਦੋਂ ਸਮੁੰਦਰ ਵਿੱਚ ਹੀ ਮਿਲ ਗਏ, ਉਹਨੂੰ ਬਿਆਨ ਕੀ ਕਰਾਂਗੇ। ਇਸ ਕਰਕੇ ਜਿਹੜਾ ਮੰਨਣ ਕਰਨਾ ਹੈ ਨਾ ਭਾਈ, ਅੱਜ ਆਪਾਂ ਇਹੀ ਪੌੜੀ ਵਿਚਾਰਾਂਗੇ, ਕਿਉਂਕਿ 4 ਪੌੜੀਆਂ ਹੈਗੀਆਂ ਨੇ। 4 ਆਪਾਂ ਪਹਿਲਾਂ ਸ਼ਰਵਣ ਕਰਨ ਦੀਆਂ ਸ਼ਰਵਣ ਕੀਤੀਆਂ ਨੇ, ਤੇ ਹੁਣ ਅਗਲੀਆਂ ਜਿਹੜੀਆਂ 4 ਨੇ ਉਹ ਸਿਰਫ ਮੰਨਣ ਤੇ ਉਚਾਰਨ ਕੀਤੀਆਂ ਨੇ। ਇਹ ਗੁਰੂ ਨਾਨਕ ਦੇਵ ਸਾਹਿਬ ਉਹ ਸਿੱਧਾਂ ਨੂੰ ਸਮਝਾ ਰਹੇ ਨੇ ਕਿ ਵਾਹਿਗੁਰੂ ਦਾ ਨਾਮ ਹੈ ਨਾ, ਜਿਹੜਾ ਵਾਹਿਗੁਰੂ ਨੂੰ ਪਾਉਣ ਦਾ ਜਿਹੜਾ ਤਰੀਕਾ ਹੈ, ਸਭ ਤੋਂ ਪਹਿਲਾਂ ਉਹਨੂੰ ਸ਼ਰਵਣ ਕਰਨਾ ਪੈਂਦਾ ਹੈ। ਤੇ ਸ਼ਰਵਣ ਕਰਨ ਤੋਂ ਬਾਅਦ ਅਗਰ ਤੂੰ ਵਿਚਾਰ ਦੇ ਤਲ ਤੇ ਤੈਰ ਪਿਆ, ਫਿਰ ਤੇ ਤੂੰ ਰੁਕ ਜਾਏਗਾ। ਸ਼ਰਵਣ ਕਰਨ ਤੋਂ ਬਾਅਦ ਉਹਨੂੰ ਮੰਨਣ ਕਰਨਾ ਹੈ। ਤੇ ਜਦੋਂ ਮੰਨਣ ਕਰ ਲਿਆ, ਫਿਰ ਉਹਦੇ ਵਿੱਚ ਐਸਾ ਅਭੇਦ ਹੋਵੇਗਾ, ਐਸਾ ਅਭੇਦ ਹੋਵੇਗਾ ਕਿ ਜਲ ਤੇ ਉਪਜ ਤਰੰਗ ਜਿਉ ਜਲ ਹੀ ਵਿਖੇ ਸਮਾਹੇ।
ਫਿਰ ਤੂੰ ਉਹਦੇ ਵਿੱਚ ਐਸਾ ਅਭੇਦ ਹੋ ਜਾਵੇਂਗਾ ਤੇ ਤੇਰੇ ਤੇ ਪ੍ਰਮਾਤਮਾ ਦੇ ਵਿੱਚ ਕੋਈ ਭੇਦ ਨਹੀਂ ਰਹਿਣਾ। ਜਿਵੇਂ ਭਗਤ ਕਬੀਰ ਜੀ ਕਹਿੰਦੇ ਨੇ ਨਾ ਕਿ ਅਬ ਤੋ ਜਾਏ ਚੜੇ ਸਿੰਘਾਸਣ ਮਿਲ ਹੈ ਸਾਰੰਗ ਪਾਨੀ, ਰਾਮ ਕਬੀਰਾ ਏਕ ਭਏ ਹੈ ਕੋਏ ਨਾ ਸਕੈ ਪਛਾਨੀ। ਭਗਤ ਕਬੀਰ ਜੀ ਨੇ ਆਪ ਸੰਬੋਧਨ ਕਰਕੇ ਇਹ ਗੱਲ ਕਹਿ ਦਿੱਤੀ, ਕਹਿੰਦੇ ਹੁਣ ਤੇ ਮੈਂ ਉਹ ਸਿੰਘਾਸਣ ਤੇ ਪਹੁੰਚ ਗਿਆ ਜਿੱਥੇ ਕੋਈ ਪਛਾਣ ਹੀ ਨਹੀਂ ਰਹੀ ਹੈ। ਹੁਣ ਕਬੀਰ ਕੌਣ ਹੈ ਇਹ ਤੇ ਪਤਾ ਹੀ ਨਹੀਂ ਰਿਹਾ। ਠੀਕ ਹੈ, ਆਪਾਂ ਸੰਸਾਰ ਦੇ ਵਿੱਚ ਭਗਤ ਕਬੀਰ ਜੀ ਦੀ ਵਡਿਆਈ ਕਰਦੇ ਹਾਂ, ਪਰ ਭਗਤ ਕਬੀਰ ਜੀ ਉਸ ਪਰਮੇਸ਼ਰ ਦੇ ਵਿੱਚ ਅਭੇਦ ਹੋ ਚੁੱਕੇ ਨੇ ਤੇ ਹੁਣ ਤੇ ਪਤਾ ਹੀ ਨਹੀਂ ਹੈ ਕਿ ਕਬੀਰ ਸੀ। ਅਬ ਤੋ ਜਾਏ ਚੜ੍ਹੇ ਸਿੰਘਾਸਣ ਮਿਲ ਹੈ ਸਾਰੰਗ ਪਾਨੀ, ਰਾਮ ਕਬੀਰਾ ਏਕ ਭਏ ਹੈ ਕੋਏ ਨਾ ਸਕੈ ਪਛਾਨੀ। ਹੁਣ ਕੋਈ ਪਛਾਣ ਨਹੀਂ ਕਰ ਸਕੇਗਾ ਕਿ ਰਾਮ ਵੱਖਰਾ ਕਿ ਕਬੀਰ ਵੱਖਰਾ, ਹੁਣ ਇੱਕ ਹੋ ਗਏ ਨੇ। ਇਸ ਕਰਕੇ ਉਸ ਵਾਹਿਗੁਰੂ ਜੀ ਦੇ ਨਾਮ ਨੂੰ ਮੰਨਣ ਕਰਨ ਵਾਲਾ ਉਹਦੇ ਵਿੱਚ ਅਭੇਦ ਹੋ ਜਾਂਦਾ ਹੈ, ਤੇ ਜਿਹੜਾ ਉਹਦੇ ਵਿੱਚ ਅਭੇਦ ਹੋ ਗਿਆ ਤੇ ਉਹਦੀ ਫਿਰ ਮਹਿਮਾ, ਉਹਦੀ ਗਤ, ਉਹਦੀ ਅਵਸਥਾ ਨੂੰ ਬਿਆਨ ਨਹੀਂ ਕੀਤਾ ਜਾ ਸਕੇਗਾ, ਲਿਖਿਆ ਵੀ ਨਹੀਂ ਜਾ ਸਕੇਗਾ, ਸੁਣਾਇਆ ਵੀ ਨਹੀਂ ਜਾ ਸਕੇਗਾ। ਇਸ ਕਰਕੇ ਮੰਨਣ ਕਰਨ ਦੀ ਜਿਹੜੀ ਅਵਸਥਾ ਬੜੀ ਉੱਚੀ ਹੈ। ਅਗਲੀ ਜਿਹੜੀ ਪੌੜੀ ਹੈ ਉਹ ਹੈ ਮੰਨੈ ਸੁਰਤ ਹੋਵੈ ਮਨ ਬੁੱਧ। ਹੁਣ ਪਹਿਲਾਂ ਆਪਾਂ ਪੜ੍ਹਿਆ ਸੀ ਮੰਨੇ ਕੀ ਗਤ ਕਹੀ ਨਾ ਜਾਏ, ਉੱਥੇ ਨੰਨੇ ਨੂੰ ਇੱਕ ਲਾਮ ਸੀ। ਇੱਕ ਹੋਰ ਧਿਆਨ 'ਚ ਰੱਖਿਓ ਭਾਈ, ਵੈਸੇ ਤਾਂ ਦੇਖੋ ਇਹ ਜ਼ਰੂਰੀ ਹੈ ਵੀ ਜਦੋਂ ਆਪਾਂ ਬਾਣੀ ਪੜ੍ਹਦੇ ਹਾਂ ਤੇ ਉਦੋਂ ਲਗਾ ਮਾਤਰਾ ਦਾ ਵਿਸ਼ੇਸ਼ ਧਿਆਨ ਰੱਖਣਾ ਹੈ। ਅਰਥ ਬਹੁਤ ਨੇ। ਪਹਿਲੇ ਪੌੜੀ ਦੇ ਵਿੱਚ ਆਪਾਂ ਪੜ੍ਹਿਆ ਮੰਨੇ ਕੀ, ਉੱਥੇ ਇੱਕ ਲਾਮ ਸੀ ਤੇ ਅੱਗੇ ਲਿਖਿਆ ਮੰਨੈ, ਇੱਥੇ ਦੁਲਾਵਾਂ ਨੇ। ਇਹਦਾ ਭਾਵ ਕੁਝ ਹੋਰ ਬਣੇਗਾ, ਉਹ ਆਪਾਂ ਕੱਲ੍ਹ ਵਿਚਾਰਾਂਗੇ। ਤੇ ਅੱਜ ਇੰਨਾ ਹੀ ਹੈ ਕਿ ਮੰਨੇ ਕੀ ਗਤ ਕਹੀ ਨਾ ਜਾਏ, ਇਸੇ ਪੌੜੀ ਨੂੰ ਆਪਾਂ ਕੋਸ਼ਿਸ਼ ਕਰਨਾ ਹੈ, ਆਪਣੇ ਮਨ ਦੀ ਗਹਿਰਾਈ ਤੱਕ ਲਿਜਾਣ ਦਾ ਯਤਨ ਕਰਨਾ ਹੈ। ਗੁਰੂ ਸਾਹਿਬ ਕਿਰਪਾ ਕਰਨਗੇ, ਆਪ ਸਮਤ ਬਖਸ਼ਿਸ਼ ਕਰਨ। ਸੰਗਤ ਵੀ ਅਰਦਾਸ ਕਰਦਿਆ ਕਰੋ ਭਾਈ ਕਿ ਬਾਣੀ ਸੁਣਾਉਣ ਵਾਲਿਆਂ ਦੇ ਸਿਰ 'ਤੇ ਵਾਹਿਗੁਰੂ ਆਪ ਮਿਹਰ ਭਰਿਆ ਹੱਥ ਰੱਖਣ, ਕਿਉਂਕਿ ਗੁਰੂ ਘਰ ਦੇ ਵਿੱਚ ਜਿਹੜੀ ਸੰਗਤ ਦੀ ਬੜੀ ਵੱਡੀ ਮਾਨਤਾ ਹੈ। ਗੁਰੂ ਘਰ ਦੇ ਵਿੱਚ ਸਮਝਿਆ ਜਾਂਦਾ ਹੈ ਕਿ ਵਿੱਚ ਸੰਗਤ ਹਰ ਪ੍ਰਭ ਵਸੈ ਜੀ। ਸੰਗਤ ਵਿੱਚ ਵਾਹਿਗੁਰੂ ਆਪ ਵਸਦਾ ਹੈ। ਗੁਰੂ ਘਰ ਦੇ ਵਿੱਚ ਸੰਗਤ ਨੂੰ ਬੜੀ ਮਾਨਤਾ ਹੈ, ਬੜਾ ਸਤਿਕਾਰ ਹੈ ਸੰਗਤ ਦਾ। ਜੇ ਗੁਰੂ ਅਰਜਨ ਦੇਵ ਸਾਹਿਬ ਤੋਂ ਆਪਾਂ ਪੁੱਛਣਾ ਹੋਵੇ ਨਾ ਵੀ ਗੁਰੂ ਘਰ ਦੇ ਵਿੱਚ ਸੰਗਤ ਦਾ ਰੁਤਬਾ ਕੀ ਹੈ, ਸ਼ਾਇਦ ਆਪ ਜੀ ਨੇ ਪਹਿਲਾਂ ਵੀ ਕਦੀ ਸੁਣਿਆ ਹੋਵੇ। ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੰਗਤ ਨੂੰ ਆਪ ਪੱਖਾ ਚੱਲਦੇ ਹੁੰਦੇ ਸੀ। ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੰਗਤ ਨੂੰ ਕਈ ਵਾਰੀ ਜਲ ਛਕਾਉਣ ਦੀ ਸੇਵਾ ਵੀ ਆਪ ਕਰਦੇ ਸਨ। ਇੱਕ ਵਾਰੀ ਕਾਬਲ ਤੋਂ ਸੰਗਤ ਆਈ ਤੇ ਕਾਬਲ ਤੋਂ ਸੰਗਤ ਆਈ ਤੇ ਉਹਨਾਂ ਦੇ ਵਿੱਚ ਬਜ਼ੁਰਗ ਸਨ। ਅੱਗੇ ਪੈਦਲ ਆਉਂਦੇ ਸੀ ਭਾਈ, ਚਲੋ ਅੱਜ ਕੱਲ੍ਹ ਤੇ ਸਾਧਨ ਹੈਗੇ ਸਾਰੇ, ਤੇ ਬਜ਼ੁਰਗ ਸੀ। ਰਾਤ ਹੋਈ, ਸੋਚਿਆ ਵੀ ਚਲੋ ਹੁਣ ਆਰਾਮ ਕਰ ਲਈਏ, ਸਵੇਰੇ ਅੰਮ੍ਰਿਤ ਵੇਲੇ ਆਪਾਂ ਗੁਰੂ ਪਾਤਸ਼ਾਹ ਦੇ ਦਰਸ਼ਨ ਕਰਾਂਗੇ। ਤਾਂ ਗੁਰੂ ਅਰਜਨ ਦੇਵ ਸਾਹਿਬ ਅਜੇ ਜਵਾਨ ਉਮਰ ਵਿੱਚ ਹੀ ਸੀ ਭਾਈ। ਤਾਂ ਗੁਰੂ ਸਾਹਿਬ ਜਦੋਂ ਸੰਗਤ ਪਈ ਹੋਈ ਸੰਗਤ ਕੋਲੋਂ ਦੀ ਲੰਘਣ ਲੱਗੇ ਨਾ, ਅੱਗੇ ਤੰਬੂ ਲਾ ਦਿੱਤੇ ਜਾਂਦੇ ਸਨ ਸੰਗਤ ਦੇ ਵਿਸ਼ਰਾਮ ਵਾਸਤੇ, ਤੇ ਉਹਨਾਂ ਵਿੱਚ ਬਜ਼ੁਰਗ ਨੇ ਕੁਝ ਆਪਣੇ ਹੱਥਾਂ ਦੇ ਨਾਲ ਆਪਣੇ ਪੈਰ ਘੁੱਟਦੇ ਸੀ। ਥੱਕ ਜਾਂਦੇ ਸੀ ਨਾ ਬਜ਼ੁਰਗ, ਦੂਰੋਂ ਆਏ ਸੀ, ਥੱਕ ਗਏ। ਤਾਂ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਵੇਖਦੇ ਨੇ ਬਜ਼ੁਰਗ ਥੱਕੇ ਨੇ, ਕੋਲ ਆਏ, ਆ ਕੇ ਕਹਿਣ ਲੱਗੇ ਬਜ਼ੁਰਗੋ ਕਿੱਥੋਂ ਆਏ ਹੋ? ਉਹ ਕਹਿੰਦੇ ਜੀ ਕਾਬਲ ਤੋਂ ਆਏ ਆ। ਆਹ ਹੱਦਾਂ ਬੰਨੇ ਤੇ ਹੁਣ ਬਣ ਗਿਆ, ਬਾਘਾ ਤੇ ਹੁਣ ਬਣ ਗਿਆ ਭਾਈ, ਪਹਿਲਾਂ ਸਰਹੱਦਾਂ ਨਹੀਂ ਸਨ। ਕਾਬਲ ਕੰਧਾਰ ਤੱਕ ਤਾਂ ਸਰਦਾਰ ਹਰੀ ਸਿੰਘ ਨਲੂਏ ਹੋਰਾਂ ਨੇ ਖਾਲਸੇ ਦੇ ਝੰਡੇ ਲਹਿਰਾਏ ਹੋਏ ਨੇ। ਠੀਕ ਹੈ, ਕੁਝ ਚੌਧਰ ਦੇ ਭੁੱਖਿਆਂ ਲੋਕਾਂ ਨੇ ਸਾਡੇ ਵਿੱਚ ਵੰਡਾਂ ਪਾ ਦਿੱਤੀਆਂ, ਵੰਡ ਲਿਆ ਸਾਰਾ ਕੁਝ, ਇੱਥੋਂ ਤੱਕ ਅਸੀਂ ਰੱਬ ਵੀ ਵੰਡ ਲਏ, ਧਰਤੀ ਵੀ ਵੰਡ ਲਈ, ਸਭ ਕੁਝ ਵੰਡ ਲਿਆ। ਉਹ ਕਹਿੰਦੇ ਕਾਬਲ ਤੋਂ ਆਏ ਆ। ਪਾਤਸ਼ਾਹ ਕਹਿੰਦੇ ਥੱਕ ਗਏ ਹੋਵੋਗੇ,
ਉਹ ਬਜ਼ੁਰਗ ਸੀ, ਕਹਿੰਦੇ ਹਾਂ। ਉਹਨਾਂ ਨੂੰ ਨਹੀਂ ਸੀ ਪਤਾ ਵੀ ਇਹੀ ਗੁਰੂ ਅਰਜਨ ਦੇਵ ਸਾਹਿਬ ਨੇ, ਕਿਉਂਕਿ ਜਿਹਨੇ ਕਦੇ ਪਹਿਲਾਂ ਨਹੀਂ ਸੀ ਦਰਸ਼ਨ ਕੀਤੇ। ਗੁਰੂ ਰਾਮਦਾਸ ਸਾਹਿਬ ਵੇਲੇ ਆਉਂਦੇ ਹੁੰਦੇ ਸਨ। ਉਹ ਕਹਿੰਦੇ ਪੁੱਤਰ ਦੂਰੋਂ ਆਏ ਆ, ਹੁਣ ਥਕਾਵਟ ਤੇ ਹੋ ਹੀ ਜਾਂਦੀ, ਤੁਰ ਕੇ ਆਏ ਆ। ਤਾਂ ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਕਾਫੀ ਥੱਕ ਗਏ, ਤੁਹਾਨੂੰ ਦਿੱਕਤ ਆਈ ਹੋਵੇਗੀ। ਅੱਗੋਂ ਇੱਕ ਬਜ਼ੁਰਗ ਨੇ ਜਵਾਬ ਦਿੱਤਾ, ਪੁੱਤਰਾ ਇਹ ਤੇ ਸਰੀਰ ਦੀ ਥਕਾਵਟ ਹੈ, ਲਹਿ ਜਾਏਗੀ, ਦਿੱਕਤ ਕਾਹਦੀ ਆਉਣੀ ਹੈ। ਅਸੀਂ ਤੇ ਪੈਰਾਂ ਨਾਲ ਚੱਲ ਕੇ ਆਏ ਹਾਂ। ਜਿਹੜੇ ਗੁਰੂ ਨਾਨਕ ਦੇ ਘਰ ਆਏ ਹਾਂ, ਜਿਸ ਗੁਰੂ ਦੇ ਦਰਸ਼ਨ ਕਰਨ ਵਾਸਤੇ ਆਏ ਹਾਂ, ਇਸ ਗੁਰੂ ਦੇ ਦਰਸ਼ਨ ਕਰਨ ਵਾਸਤੇ ਅਗਰ ਸਿਰ ਪਰਨੇ ਵੀ ਹੋ ਕੇ ਆਉਣਾ ਪਵੇ ਤੇ ਤਾਂ ਵੀ ਕੋਈ ਸੌਦਾ ਮਹਿੰਗਾ ਨਹੀਂ ਹੈ। ਜਦੋਂ ਇੰਨੀ ਗੱਲ ਕਹੀ ਨਾ, ਇੰਨਾ ਪਿਆਰ ਵੇਖਿਆ ਬਜ਼ੁਰਗਾਂ ਵਿੱਚ ਵੀ ਇੰਨਾ ਗੁਰੂ ਘਰ ਨੂੰ ਪਿਆਰ ਕਰਦੇ ਨੇ। ਤਾਂ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਕੋਲ ਬੈਠ ਕੇ ਕਹਿੰਦੇ ਲਿਆਓ ਬਜ਼ੁਰਗੋ, ਤੁਸੀਂ ਥੱਕ ਕੇ ਤੁਹਾਡੇ ਚਰਨ ਮੈਂ ਘੁੱਟ ਦੇਵਾਂ। ਗੁਰੂ ਸਾਹਿਬ ਉਹਨਾਂ ਬਜ਼ੁਰਗਾਂ ਦੇ ਪੈਰ ਘੁੱਟਦੇ ਰਹੇ। ਸੇਵਾ ਕਰਦੇ ਕਰਦੇ ਬਜ਼ੁਰਗਾਂ ਨੂੰ ਨੀਂਦ ਆ ਗਈ। ਤਾਂ ਸਤਿਗੁਰੂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਉੱਠ ਕੇ ਪਰਤ ਕੇ ਚਲੇ ਗਏ ਮਹਿਲਾਂ ਨੂੰ। ਸਵੇਰ ਹੋਈ, ਕਹਿੰਦੇ ਨੇ ਉੱਧਰੋਂ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਆਉਣ ਦਾ ਸਮਾਂ ਹੋਇਆ ਤੇ ਉੱਧਰੋਂ ਸੰਗਤ ਤਿਆਰ ਬਰ ਤਿਆਰ ਹੋ ਕੇ ਗੁਰੂ ਦੇ ਦੀਦਾਰ ਕਰਨ ਵਾਸਤੇ ਆਈ। ਤੇ ਸਤਿਗੁਰੂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਉਹਨਾਂ ਦੇ ਨਾਲ ਹੀ ਤੁਰ ਪਏ। ਕਹਿੰਦੇ ਆ ਜਾਓ ਭਾਈ, ਅਸੀਂ ਚੱਲੀਏ ਤੁਹਾਡੇ ਨਾਲ। ਉਹਨਾਂ ਨੇ ਸੋਚਿਆ ਵੀ ਚਲੋ ਇਹ ਰਾਤ ਵਾਲਾ ਜਵਾਨ ਹੈ। ਸਗੋਂ ਗੁਰੂ ਸਾਹਿਬ ਨੇ ਉਹਨਾਂ ਦੀਆਂ ਪੋਟਲੀਆਂ ਵੀ ਫੜ ਲਈਆਂ, ਗਠੜੀਆਂ ਵੀ ਫੜ ਲਈਆਂ ਤੇ ਅੱਗੇ ਆਏ। ਤੇ ਹੁਣ ਤੇ ਅੱਜ ਕੱਲ੍ਹ ਤੇ ਬੜਾ ਪ੍ਰਬੰਧ ਹੈ, ਸਪੈਸ਼ਲ ਜੋੜੇ ਘਰ ਬਣੇ ਨੇ, ਸਾਰਾ ਕੁਝ ਹੈ। ਤੇ ਉਦੋਂ ਸੰਗਤ ਸੋਚਦੀ ਹੈ ਵੀ ਕਿੱਥੇ ਜੇ ਜੋੜੇ ਲਾਈਏ, ਕਿੱਥੇ ਜੇ ਕੌਣ ਖੜੇਗਾ ਇੱਦਾਂ। ਤਾਂ ਉਸ ਵੇਲੇ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਇੱਥੇ ਲਾ ਦਿਓ ਜੋੜੇ, ਲਿਆਓ ਤੁਹਾਡੇ ਜੋੜਿਆਂ ਦੀ ਰਾਖੀ ਮੈਂ ਖੜਾਂਗਾ। ਤਾਂ ਸਤਿਗੁਰੂ ਜੀ ਉਹਨਾਂ ਦੇ ਜੋੜਿਆਂ ਦੀ ਰਾਖੀ ਖੜੇ ਤੇ ਅੱਗੇ ਗਏ। ਜਿਹੜੀ ਸੰਗਤ ਗੁਰੂ ਸਾਹਿਬ ਨੂੰ ਜਾਣਦੀ ਸੀ, ਜਿਹੜੇ ਵੀ ਆਉਣ ਗੁਰੂ ਸਾਹਿਬ ਕੋਲ ਖੜ ਜਾਣ, ਉਹਨਾਂ ਵੇਖਿਆ ਵੀ ਸਾਡੇ ਜੋੜਿਆਂ ਕੋਲ ਇੰਨੀ ਭੀੜ ਕਿਉਂ। ਪਰਤ ਕੇ ਵਾਪਸ ਮੁੜੇ, ਪਤਾ ਲੱਗਾ ਇਹ ਤੇ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਆਪ ਹੀ ਨੇ। ਹੱਥ ਜੋੜਦੇ ਨੇ, ਚਰਨ ਪੈਂਦੇ ਨੇ, ਕਹਿਣ ਲੱਗੇ ਪਾਤਸ਼ਾਹ ਅਣਜਾਣ ਪੁਣੇ ਵਿੱਚ ਤੁਹਾਡੀ ਬਹੁਤ ਵੱਡੀ ਸਾਡੇ ਕੋਲੋਂ ਨਿਰਾਦਰ ਹੋ ਗਿਆ, ਅਵੱਗਿਆ ਹੋਈ। ਗੁਰੂ ਕੋਲ ਤੋਂ ਸੰਗਤ ਦੂਰ ਜੋੜੇ ਲਾ ਕੇ ਜਾਂਦੀ ਹੈ, ਅਸੀਂ ਤੇ ਤੁਹਾਨੂੰ ਹੀ ਜੋੜਿਆਂ ਦੀ ਰਾਖੀ ਖਿਲਾਰ ਗਏ। ਤਾਂ ਉਸ ਵੇਲੇ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਫਿਕਰ ਨਾ ਕਰੋ ਭਾਈ, ਇਹ ਗੁਰੂ ਨਾਨਕ ਦੀ ਸੰਗਤ ਦੇ ਜੋੜੇ ਨੇ। ਇਹਨਾਂ ਜੋੜਿਆਂ ਦੇ ਵਿੱਚ ਗੁਰੂ ਨਾਨਕ ਦਾ ਪਿਆਰਾ ਵੀ ਹੁੰਦੇ, ਸਾਰੀ ਸੰਗਤ ਗੁਰੂ ਨਾਨਕ ਦੇ ਪਿਆਰ ਵਾਲੀ ਹੈ। ਤੇ ਗੁਰੂ ਨਾਨਕ ਦੀ ਸੰਗਤ ਦੇ ਜੋੜੇ ਤਾਂ ਬੜੇ ਸਤਿਕਾਰਯੋਗ ਹੁੰਦੇ ਨੇ। ਤਾਂ ਹੀ ਤੇ ਗੁਰੂ ਘਰ ਵਿੱਚ ਜੋੜੇ ਝਾੜਨ ਦੀ ਸੇਵਾ ਵੱਡੀ ਹੈ ਭਾਈ। ਸੰਗਤ ਦੇ ਜੋੜੇ ਵੀ ਬੜੇ, ਜਿਹੜੇ ਬਹੁਤ ਉੱਚੀ ਥਾਂ ਰੱਖਦੇ ਨੇ ਗੁਰੂ ਘਰ ਦੀ ਸੰਗਤ ਦੇ ਜੋੜੇ। ਇਸ ਕਰਕੇ ਭਾਈ ਸੰਗਤ ਦੀ ਅਸੀਸ ਬਹੁਤ ਵੱਡੀ ਹੈ। ਅਸੀਸ ਬਖਸ਼ ਦਿਆ ਕਰੋ, ਸੰਗਤ ਅਰਦਾਸ ਕਰਦਿਆ ਕਰੋ ਸੱਚੇ ਪਾਤਸ਼ਾਹ ਆਪ ਜਪਜੀ ਸਾਹਿਬ ਜੀ ਦੀ ਵਿਆਖਿਆ ਦੀ ਸੇਵਾ ਲੈ ਲੈਣ ਔਰ ਸਾਰੀ ਸੰਗਤ ਵੱਧ ਚੜ੍ਹ ਕੇ ਗੁਰੂ ਪਾਤਸ਼ਾਹ ਦੇ ਪਾਵਨ ਚਰਨਾਂ ਵਿੱਚ ਪਹੁੰਚ ਕੇ ਲਾਹੇ ਪ੍ਰਾਪਤ ਕਰਿਆ ਕਰੋ ਜੀ। ਕਥਾ ਦਾ ਸਮਾਂ ਸਮਾਪਤ ਹੈ। ਬੋਲਦਿਆਂ ਚਲਦਿਆਂ ਅਨੇਕਾਂ ਭੁੱਲਾਂ ਗੁਰੂ ਔਰ ਗੁਰੂ ਕੀ ਸੰਗਤ ਬਖਸ਼ਣ ਯੋਗ ਹੈ। ਬੁਲਾਓ ਫਤਿਹ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ